जी जी कितने ना कितने ਉਹਦੇ ਬਾਰੇ ਕੀ ਵਿਚਾਰ ਆ ਜਿਹੜਾ ਉਦੋਂ ਸੀਗਾ ਤੁਸੀਂ ਗੱਲਬਾਤ ਹੋਈ ਪੋਲੀਟੀਕਲ ਇਲੈਕਸ਼ਨ ਦੇ ਨਾਲ ਆਉਣ ਦੀ ਗੱਲ ਕੀ ਚੱਲਦੀ ਹੈ ਸਾਨੂੰ ਨੂੰ ਤਸਲੀਮ ਵੀ ਕੀਤਾ ਵੀ ਹਾਂ ਕਰਨਾ ਚਾਹੀਦਾ ਹੁਣ ਜਦੋਂ ਤੁਸੀਂ ਪਾਸਟ ਦੇਖਦੇ ਹੋ। ਦੇਖੋ ਅਸੀਂ ਸਾਡੀ ਜਥੇਬੰਦੀ ਤਾਂ ਪਹਿਲਾਂ ਤੋਂ ਇਲੈਕਸ਼ਨ ਨਹੀਂ ਲੜਦੀ। ਅਸੀਂ ਉਦੋਂ ਤੋਂ ਵੀ ਰਾਜਾ ਸਾਹਿਬ ਨੂੰ ਵੀ ਕਿਹਾ ਸੀ ਵੀ ਆਪਾਂ ਨੌਨ ਪੋਲੀਟੀਕਲ ਰਹਿ ਕੇ ਅਸੀਂ ਆਪਣੇ ਹੱਕਾਂ ਲਈ ਲੜੀਏ। ਮੈਂ ਉੱਥੇ ਆ ਰਿਹਾ ਜੀ। देखो असी तो ये समझते हैं भी जी बदलाव वाली गल सी ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਧੋਖਾ ਹੀ ਖਾਦਾ ਹੈ। ਸੋ ਉਹ ਵੱਡਾ ਧੋਖਾ ਹੋਇਆ ਪੰਜਾਬ ਦੇ ਨਾਲ। ਸੋ ਉਸ ਇਹਨਾਂ ਦੀ ਗੱਲ ਦੇ ਵਿੱਚ ਆ ਫਸੇ ਸੀ। ਸੋ ਇਹ ਮੈਂ ਕਹਾਂਗਾ ਟਰੈਪ 'ਚ ਫਸਾ ਲਿਆ ਸਾਨੂੰ ਸਾਰੇ ਪੰਜਾਬ ਨੂੰ। ਔਰ ਜਥੇਬੰਦੀਆਂ ਦਾ ਵੱਡਾ ਰੋਲ ਰਿਹਾ। ਮੈਂ ਤਾਂ ਕਹਾਂਗਾ ਜਿਹੜਾ ਤੁਹਾਡਾ ਸਵਾਲ ਸੀ ਪਹਿਲਾਂ ਕਿ ਜਥੇਬੰਦੀਆਂ ਨੇ ਲੋਕਾਂ 'ਚ ਚੇਤਨਾ ਇੰਨੀ ਲਿਆਤੀ ਔਰ ਲੋਕ ਜਾਗਰੂਕਤਾ ਹੋਏ ਪਰ ਉਹਨਾਂ ਨੂੰ ਪਤਾ ਨਹੀਂ ਸਾਡਾ ਧੋਖਾ ਹੋ ਜਾਣਾ। ਸੋ ਇਹ ਉਹਦੇ ਬਦਲ 'ਚੋਂ ਨਿਕਲ ਕੇ ਆਈ ਅੰਦੋਲਨ ਦੇ ਬਦਲ 'ਚੋਂ ਇਹ ਸਰਕਾਰ ਨਿਕਲੀ ਹੈ। ਪਰ ਇਹ ਆਪ ਇਹਨਾਂ ਦੀ ਪਾਰਟੀ ਅੰਦੋਲਨ 'ਚੋਂ ਨਿਕਲੀ ਹੋਈ ਹੈ। ਅੱਜ ਅੰਦੋਲਨਕਾਰੀਆਂ ਤੇ ਡੰਡੇ ਚਲਾਉਂਦਾ ਹੈ। ਅੱਜ ਅੰਦੋਲਨਕਾਰੀਆਂ ਨੂੰ ਮੌਤਾਂ ਵੰਡਦਾ ਹੈ। ਸੋ ਇਹ ਬੜੀ ਜਿਹੜੀ ਦਰਦਨਾਕ ਗੱਲ ਹੈ। ਇਸ ਲਈ ਪੰਜਾਬ ਲਈ ਬੜੀ ਘਾਤਕ ਗੱਲ ਹੈ। ਉਹਨਾਂ ਦੇ ਕੋਲ ਜਾਂਦੇ ਰਹੇ ਹੋ, ਉਹਨਾਂ ਦੇ ਉਸੇ ਜਗ੍ਹਾ ਤੋਂ ਮਿੱਟੀ ਲੈਂਦੇ ਰਹੇ ਹੋ ਤੇ ਜਿਹੜੇ ਹੀ ਉਹਨਾਂ ਨੇ ਮੰਗ ਕੀਤਾ ਉਸ ਤੋਂ ਬਾਅਦ ਤੁਸੀਂ ਧਰਨਾ ਪ੍ਰਦਰਸ਼ਨ ਲਗਾਉਣਾ ਸ਼ੁਰੂ ਕਰ ਦਿੱਤਾ। ਦੋ ਵਾਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਹਾਂਗਾ ਕਿ ਜਦੋਂ ਜਿਹੜਾ ਦੋਸ਼ੀ ਆ ਉਹ ਕਦੇ ਵੀ ਆਪਣੇ ਆਪ ਨੂੰ ਕਦੇ ਨਹੀਂ ਉਹਨੇ ਮੰਨਿਆ ਕਿ ਮੈਂ ਦੋਸ਼ੀ ਆ। ਉਹ ਹਮੇਸ਼ਾ ਹੀ ਸਫਾਈ ਆਪਣੀ ਦਿੰਦਾ ਹੁੰਦਾ ਹੈ। ਸੋ ਇਹ ਜਿਹੜੀ ਗੱਲ ਹੈ ਉਹ ਕਿਤੇ ਦਿਖਾਲ ਦੇਵੇ ਪਈ ਸਾਡੇ ਚੋਂ ਕਿਹੜਾ ਠੇਕੇਦਾਰੀ ਕਰਦਾ ਹੈ ਜਾਂ ਕਿਹੜੇ ਦੇ ਘਰ ਮਸ਼ੀਨਰੀ ਖੜੀ ਹੈ ਪਈ ਰੇਤਾ ਢੋਣ ਵਾਲੀ ਬਜਰੀ ਢੋਣ ਵਾਲੀ ਜਾਂ JCB ਜਿਹਦੇ ਘਰ ਖੜੀ ਹੈ। ਸਾਡੇ ਸਾਥੀ ਜਿੰਨੇ ਖੜੇ ਹੈ ਇੱਥੇ ਆਏ ਨੇ। ਸੋ ਇਹ ਜਿਹੜੀਆਂ ਗੱਲਾਂ ਬੇਤੁਕੀਆਂ ਕਰਕੇ ਆਪਣੇ ਇਲਜ਼ਾਮ ਨੂੰ ਦੂਸਰੇ ਦੇ ਉੱਪਰ ਸਿੱਟਣਾ। ਸੋ ਇਹ ਹੁੰਦਾ ਜਿਹੜੇ ਲੋਕ ਛਾਤਰ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ। ਸੋ HS ਵਾਲੀਆ ਕੁਛ ਕਹੀ ਜਾਵੇ ਸੱਚਾਈ ਇਹ ਹੈ ਕਿ ਇਸ ਵੇਲੇ 35 ਫੁੱਟ ਡੂੰਘੀ ਪਟਾਈ ਕੀਤੀ ਹੋਈ ਹੈ। ਉਹਨੂੰ ਤੁਸੀਂ ਸਾਰੇ ਵੀਰ ਵੀ ਵੇਖ ਸਕਦੇ ਹੋ, ਉਹਨੂੰ ਸਰਕਾਰ ਵੀ ਵੇਖ ਸਕਦੀ ਹੈ। ਜ਼ਮੀਨ ਹੈ ਕੁੱਕੜ ਪਿੰਡ ਹੈ, ਬੰਬੀਵਾਲ ਹੈ, ਖੇੜਾ ਜਮਸ਼ੇਰ ਫਰਾਲੇ ਦੀ ਮਾਲਕੀ ਹੈ। ਫਰਾਲਾ ਪਿੰਡ ਜਿਹੜਾ ਹਰਦੋ ਫਰਾਲਾ ਮਾਲਕੀ ਉਹਨੇ ਖਰੀਦੇ ਹੈ ਜੀ। ਹੁਣ ਅਸਲ ਦੇ ਵਿੱਚ ਜਿਹੜੀ ਹੈ ਉਹਨੇ ਉਹ ਜ਼ਮੀਨ ਉਹ ਆਪਣੀ ਜ਼ਬਾਨੋਂ ਕਹਿੰਦਾ ਕਿ ਮੈਂ 26 ਏਕੜ ਜ਼ਮੀਨ ਇੱਥੇ ਖਰੀਦ ਲਈ ਹੈ। ਪਰ ਮੈਂ ਇਹ ਕਹਾਂਗਾ ਕਿਸਾਨ ਨੇ ਆਪਣੇ ਖੇਤ ਚੋਂ ਮਿੱਟੀ ਪੱਟ ਕੇ ਟਰਾਲੀ ਆਪਣੇ ਡੰਗਰਾਂ ਥੱਲੇ ਪਾਉਣ ਨਹੀਂ ਲਿਆਉਣੀ ਹੋਵੇ ਪਸ਼ੂਆਂ ਥੱਲੇ ਉਹਦੇ ਤੇ ਪਰਚਾ ਹੋ ਜਾਂਦਾ ਹੈ। ਫਿਰ ਇੱਕ ਠੇਕੇਦਾਰ ਨੇ ਕਿਤੇ ਜ਼ਮੀਨ ਖਰੀਦ ਕੇ ਸਾਥੀ ਉਹਨੂੰ ਕੀ ਹੱਕ ਦੇ ਦਿੱਤਾ ਹੈ? ਕਾਨੂੰਨ ਇੱਕ ਸਟੇਟ ਦੋ ਕਾਨੂੰਨ ਕਿਵੇਂ ਚੱਲਣਗੇ? ਪ੍ਰਾਈਵੇਟ ਲੈਂਡ। ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। माइक बंद कर दो एक मिनट अंकल जी आगे सारे भाई 2 मिनट थोड़ा पीछे रखो तो ये तो बिल्कुल कोई नहीं आप 10 मिनट रोक लांगे वीर मेरे औखे ना हो कोई गल नहीं। तुसी साडी सेवा साडी सपोर्ट चाहे हो तो ਅਸੀਂ ਸਮਾਂ ਲਾ ਸਕਦੇ। ਹੁਕਮ ਜੀ ਕੀ ਕਹਿੰਦੇ ਤੁਸੀਂ? इधर क्यों आए? इधर क्यों आए यार? बात करिए शुरू 2-3 मिनट बोल देना सारे ठीक है पिछे ਹਾਂਜੀ ਸਰ ਅੱਜ ਦੀ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰਨ ਆਏ ਹੋ ਇਹਦੇ ਬਾਰੇ ਦੱਸ ਦਿਓ। ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਜਲੰਧਰ ਵਿਖੇ ਹੋਈ ਹੈ ਪ੍ਰੈਸ ਕਲੱਬ ਦੇ ਵਿੱਚ ਇਹਦੇ ਵਿੱਚ ਸਾਡੇ 2 ਇਸ਼ੂ ਮੇਨ ਸਨ ਜਿਹਦੇ ਵਿੱਚ ਪਹਿਲਾ ਇਸ਼ੂ ਹੈਗਾ ਨਜਾਇਜ਼ ਮਾਈਨਿੰਗ। ਛਾਉਣੀ ਹਲਕੇ ਦੇ ਜਿਹੜੇ ਸਾਡੇ ਪਿੰਡ ਨੇ ਕੁੱਕੜ ਪਿੰਡ ਜਮਸ਼ੇਰ ਬੰਬੀਵਾਲ ਹਰਦੋ ਫਰਾਲਾ ਇਹਨਾਂ ਪਿੰਡਾਂ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਆ ਜਿਹੜੀ ਕਿ ਗੈਰ ਕਾਨੂੰਨੀ ਹੈ ਕਿਉਂਕਿ ਠੇਕੇਦਾਰ ਵੀ ਖੁਦ ਮੰਨਦਾ ਕਿ 7 ਫੁੱਟ ਤੱਕ ਮਾਈਨਿੰਗ ਦਾ ਉਹਦੇ ਕੋਲ ਗਵਰਨਮੈਂਟ ਨੇ ਉਹਨੂੰ ਦਿੱਤੀ ਆ ਪਰਮਿਸ਼ਨ ਪਰ ਉਹ ਪੱਟ ਰਿਹਾ ਡੂੰਘੀ 35 ਫੁੱਟ। ਸੋ ਦੂਜਾ ਇਸ਼ੂ ਸਾਡਾ ਹੈਗਾ ਗੰਨਾ ਮਿਲ ਦੇ ਬਕਾਏ ਨੂੰ ਲੈ ਕੇ। ਫਗਵਾੜਾ ਗੰਨਾ ਮਿਲ ਦਾ
ਸਾਡਾ 4 ਸਾਲ ਦਾ ਬਕਾਇਆ ਪਿਛਲਾ ਖੜਾ ਹੈ 4 ਸੀਜ਼ਨਾਂ ਦਾ 43 ਕਰੋੜ ਉਹਦੇ ਵਾਸਤੇ ਕੱਲ ਪ੍ਰੋਸੈਸ ਵੀ ਕਰ ਰਹੇ ਹਾਂ ਤੇ ਐਸਡੀਐਮ ਦਫ਼ਤਰ ਦਾ ਘਿਰਾਓ ਕੱਲ ਤੋਂ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਜੇ ਸਰਕਾਰ ਉਹ ਜਲਦ ਤੋਂ ਜਲਦ ਸਾਡੇ ਪੈਸੇ ਜਿਹੜੇ ਉਹਨਾਂ ਦੀ ਜ਼ਮੀਨ ਅਟੈਚ ਕੀਤੀ ਹੋਈ ਸੇਲ ਕਰਕੇ ਨਹੀਂ ਦਿੰਦੀ ਤੇ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਵੱਡਾ ਕਰਾਂਗੇ। ਸਰ ਇਹ ਐਚਐਸ ਵਾਲੀਆ ਉਹੀ ਹੈ ਜਿਨ੍ਹਾਂ ਨੇ ਪਿਛਲੀ ਸਰਕਾਰ 'ਚ ਆਮ ਆਦਮੀ ਪਾਰਟੀ ਤੋਂ ਚੁਣਾਵ ਲੜਿਆ ਸੀ? ਬਿਲਕੁਲ, ਇਹ ਐਸਐਚ ਵਾਲੀਆ ਠੇਕੇਦਾਰ ਹੈ ਜਿਹੜਾ ਕਿ ਪਿਛਲੀ ਵਾਰ ਇਹ ਐਮਐਲਏ ਦਾ ਜਿਹੜਾ ਦਾਅਵੇਦਾਰ ਸੀ ਆਮ ਆਦਮੀ ਪਾਰਟੀ ਦਾ ਇਲੈਕਸ਼ਨ ਲੜੀ ਸੀ ਤੇ ਹੁਣ ਅਕਾਲੀ ਦਲ ਦੇ ਨਾਲ ਇਸ ਵੇਲੇ ਜਿਹੜਾ ਉਹ ਅਕਾਲੀ ਦਲ ਦੇ ਨਾਲ ਚੱਲ ਰਿਹਾ ਉਹਦਾ ਹਲਕਾ ਇੰਚਾਰਜ ਹੈ। ਤੁਹਾਨੂੰ ਕੀ ਧਮਕੀਆਂ ਦੇ ਰਹੇ? ਸਾਡੇ ਜਿਹੜੇ ਉੱਥੋਂ ਬਲਾਕ ਪ੍ਰਧਾਨ ਨੇ ਸੁਖਵੀਰ ਜੀ ਇਹਨਾਂ ਨੂੰ ਧਮਕੀਆਂ ਦੇ ਰਿਹਾ ਕਿ ਮੈਂ ਗੁੰਡਿਆਂ ਕੋਲੋਂ ਚੁਕਾ ਦੇਵਾਂਗਾ, ਮੈਂ ਮਰਵਾ ਦੇਵਾਂਗਾ ਔਰ ਤੁਹਾਨੂੰ ਅੰਦਰ ਬੰਦ ਕਰਾ ਦੇਵਾਂਗਾ। ਇਹਨਾਂ ਤੇ ਕੰਪਲੇਂਟ ਵੀ ਪਾਈ, ਹੁਣ ਅਦਾਲਤ 'ਚ ਵੀ ਇਹਨਾਂ ਤੇ ਕੰਪਲੇਂਟ ਪਾਈ, ਝੂਠੀਆਂ ਕੰਪਲੇਂਟਾਂ ਪਾ ਰਿਹਾ ਤਾਂ ਕਿ ਇਹ ਡਰ ਕੇ ਚੁੱਪ ਕਰਕੇ ਘਰ ਬਹਿ ਜਾਣ ਤੇ ਇਹ ਅਸੀਂ ਨਜਾਇਜ਼ ਕੰਮ ਜਿਹੜਾ ਉਹ ਸਾਰਾ ਨਜਾਇਜ਼ ਧੰਦਾ ਚੱਲਦਾ ਰਹੇ। ਸਰ ਇਹ ਇੱਕ ਸਵਾਲ ਪੁੱਛਿਆ ਸੀ ਪੱਤਰਕਾਰ ਸਾਹਿਬ ਨੇ ਕਿ ਜਿਹੜੇ ਇਹ ਜ਼ਮੀਨ ਹੈ ਕਿਹਨਾਂ ਨੇ ਵੇਚੀ ਆ, ਕਿਉਂਕਿ ਜਦੋਂ ਕੋਈ ਜ਼ਮੀਨ ਵੇਚਣੀ ਹੋਵੇ ਖਰੀਦਣੀ ਹੋਵੇ ਉਹ 'ਚ ਦੱਸਿਆ ਜਾਂਦਾ ਇੱਥੇ ਕੀ ਲੱਗਣਾ ਕੀ ਬਣਨਾ। ਨਹੀਂ ਵੇਖੋ, ਜ਼ਮੀਨ ਕਿਸਾਨ ਨੂੰ ਜਦੋਂ ਵੇਚਦਾ ਇੱਥੇ ਕੋਈ ਸ਼ਰਤ ਨਹੀਂ ਤੈਅ ਵੀ ਇੱਥੇ ਕੀ ਬਣਨਾ ਹੈ, ਇਹ ਸੇਲ ਦੇ ਮਗਰ ਨਹੀਂ ਪੁੱਛਿਆ ਜਾਂਦਾ। ਪਰ ਜਿਹੜੀ ਮਾਈਨਿੰਗ ਹੈ ਉੱਤੇ ਸ਼ਰਤਾਂ ਤੈਅ ਹੈ ਸਰਕਾਰ ਦੀਆਂ। ਉਹ ਸ਼ਰਤ ਹੈਗੀ ਆ 3 ਫੁੱਟ ਤੋਂ ਥੱਲੇ ਮਾਈਨਿੰਗ ਨਹੀਂ ਕਰ ਸਕਦੇ। ਪਰ ਅਸੀਂ ਜਦੋਂ ਹੁਣ ਪਤਾ ਕੀਤਾ ਵੀ ਇਹ ਤਾਂ 30 ਫੁੱਟ 35 ਫੁੱਟ ਕਰ ਰਿਹਾ, ਇਹ ਤਾਂ 12-13 ਗੁਣਾ ਵੱਧ ਪੱਟ ਰਿਹਾ ਤੇ ਫਿਰ ਉਹ ਖੁੱਲ ਕੇ ਗੱਲ ਆਈ ਕਿ ਜਿਹੜੀ ਇਹ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ 7 ਫੁੱਟ ਤੱਕ ਮਾਈਨਿੰਗ ਕਰ ਸਕਦੇ, ਪਰ ਉੱਥੇ 35 ਫੁੱਟ ਮਾਈਨਿੰਗ ਕੀਤੀ ਹੈ, ਉਹ ਤੋਂ 5 ਗੁਣਾ ਵੱਧ ਮਾਈਨਿੰਗ ਕੀਤੀ ਹੋਈ ਹੈ ਡੂੰਗੀ। ਫਿਰ ਵੀ ਸਰਕਾਰ ਨੂੰ ਕੰਪਲੇਂਟਾਂ ਦੇਣ ਤੇ ਮੁੱਖ ਮੰਤਰੀ ਜੀ ਨੂੰ ਕੰਪਲੇਂਟ ਭੇਜਣ ਤੇ ਡਿਪਟੀ ਕਮਿਸ਼ਨਰ ਨੂੰ ਕੈਬਨਿਟ ਮੰਤਰੀ ਨੂੰ ਇਹਨਾਂ ਦੀ ਸਰਕਾਰ ਦੇ ਨੂੰ ਸਾਰੇ ਹਲਕਾ ਇੰਚਾਰਜ ਨੂੰ ਕੰਪਲੇਂਟਾਂ ਦੇਣ ਤੇ ਉੱਤੇ ਹਾਲੇ ਤੱਕ ਕੋਈ ਪਰਚਾ ਨਹੀਂ, ਕੋਈ ਕਾਰਵਾਈ ਨਹੀਂ, ਉਹਨੂੰ ਰੋਕਿਆ ਨਹੀਂ ਗਿਆ। 1.5-2 ਮਹੀਨੇ ਤੋਂ ਤੁਸੀਂ ਦਰਖਾਸਤਾਂ ਦੇ ਰਹੇ ਮਾਈਨਿੰਗ ਉੱਥੇ ਚੱਲ ਰਹੀ ਹੈ ਕਿ ਬੰਦ ਹੈ? ਨਹੀਂ, ਹੁਣ ਉਹ ਬਾਰਿਸ਼ਾਂ ਕਰਕੇ ਰੁਕੀ ਹੋਈ ਹੈ, ਪਰ ਜਦੋਂ ਬਰਸਾਤ ਬੰਦ ਹੁੰਦੀ ਆ ਉਦੋਂ ਉਹ ਆਪਣੀ ਸ਼ੁਰੂ ਕਰ ਦਿੰਦਾ। ਕੋਈ ਐਕਸ਼ਨ ਨਹੀਂ ਹੋਇਆ? ਕੋਈ ਐਕਸ਼ਨ ਨਹੀਂ। ਉਹਨੇ ਉਹ ਮੈਨੂੰ ਉਲਟਾ ਜਦੋਂ ਮੇਰੇ ਕੋਲੋਂ ਗਿਆ ਆਪਣੀ ਚਿੱਤੋਂ ਭਈ ਅਸੀਂ ਸਾਡਾ ਕੁਝ ਸਮਝੌਤਾ ਅਸੀਂ ਕਰੀਏ ਤੇ ਉਹ ਮੈਨੂੰ ਕਹਿ ਰਿਹਾ ਕਿ ਮੈਂ 5 ਕਿੱਲੇ ਦੀ ਹੋਰ ਪਰਮਿਸ਼ਨ ਲੈ ਲਈ ਹੈ। ਫਿਰ ਉਹਨੂੰ ਮੈਂ ਕਿਹਾ ਵੀ ਕਿੰਨੀ ਲਈ ਆ, ਫਿਰ ਜਵਾਨੋਂ ਮੰਨਿਆ ਕਿ 7 ਫੁੱਟ ਦੀ ਜਿਹੜੀ ਪਰਮਿਸ਼ਨ ਹੈ। ਫਿਰ ਮੈਂ ਕਿਹਾ ਤੂੰ ਤੇ 35 ਫੁੱਟ ਪੱਟੀ ਹੈ ਭਾਈ, ਤੇ ਫਿਰ ਤੇਰੇ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ, ਅਸੀਂ ਬਿਲਕੁਲ ਨਹੀਂ ਖਿਮਾ ਕਰਾਂਗੇ, ਤੇਰੇ ਤੇ ਪਰਚਾ ਕਰਾਵਾਂਗੇ। ਜਿਹੜੀ ਪੱਤਰਕਾਰ ਸਾਹਿਬ ਨੇ ਇੱਕ ਸਵਾਲ ਪੁੱਛਿਆ ਵੀ ਤੁਸੀਂ ਰੇਤਾ ਦੀਆਂ ਟਰਾਲੀਆਂ ਦੀ ਕੋਈ ਮੰਗ ਕੀਤੀ, ਉਹ ਸੱਚਾਈ ਹੈ ਕਿ ਨਹੀਂ? ਨਹੀਂ, ਅਸੀਂ ਰੇਤਾ ਕਿਉਂ ਕਰਨੀ ਹੈ ਜੀ ਉਹਨਾਂ ਕੋਲੋਂ ਮੰਗ? ਸਾਡੇ ਕੋਲ ਆਪਣੀ ਜ਼ਮੀਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਜਿੰਨੇ ਕਿਸਾਨ ਆਏ ਆ ਸਾਰਿਆਂ ਕੋਲ ਆਪਣੀ ਜ਼ਮੀਨ ਹੈ। ਜੇ ਕਿਸੇ ਨੂੰ ਟਰਾਲੀ ਖੰਡ ਮਿੱਟੀ ਦੀ ਚਾਹੀ ਉਹ ਆਪਣੇ ਖੇਤ ਚੋਂ ਲੈ ਆਊਗਾ, ਪਰ ਉਹ ਵੀ ਡਰ ਕੇ ਲਿਆਉਂਦਾ, ਉਹ ਤੂੰ ਫੜ ਕੇ ਥਾਣੇ ਵਾਲੇ ਅੰਦਰ ਬੰਦ ਕਰ ਦਿੰਦੇ ਨੇ ਤੇ ਇਹ 35 ਵੋਟ ਪੜ ਰਿਹਾ ਤੇ ਪਰਚਾ ਨਹੀਂ ਹੋ ਰਿਹਾ। ਤੇ ਸਰ ਜਿਹੜਾ ਇੱਕ ਦਿਨ ਦਾ ਤੁਸੀਂ ਧਰਨੇ ਦਾ ਅਲਟੀਮੇਟਮ ਦਿੱਤਾ ਵਾ, ਇਹ ਦੋਨੇ ਗੱਲਾਂ ਨੂੰ ਆ ਗੰਨੇ ਮਿਲ ਨੂੰ ਲੈ ਕੇ ਵੀ ਆ ਤੇ ਇਹਦੇ ਵਾਸਤੇ ਜ਼ਿਆਦਾ ਕੀ? ਬਿਲਕੁਲ ਦੋਨੇ ਗੱਲਾਂ ਨੂੰ। ਮੇਨ ਉੱਥੇ ਫਗਵਾੜੇ ਗੰਨੇ ਦਾ ਇਸ਼ੂ ਹੈ, ਅੱਜ ਇੱਥੇ ਜਿਹੜਾ ਮੇਨ ਇਸ਼ੂ ਹੈ ਉਹ ਮਾਈਨਿੰਗ ਦਾ ਹੈ। ਪਰ ਇਹ ਦੋਵੇਂ ਇਸ਼ੂਆਂ ਨੂੰ ਲੈ ਕੇ ਸਾਡਾ ਪ੍ਰੋਟੈਸਟ ਹੈ ਔਰ ਇਸ ਤੋਂ ਵੱਡਾ ਪ੍ਰੋਟੈਸਟ ਅੱਗੇ ਕਰਨਾ ਹੀ ਜਾ ਰਹੇ ਹਾਂ। ਇਹ ਸਿਰਫ ਵਾਰਨਿੰਗ ਹੈ ਸਰਕਾਰ ਨੂੰ। ਫਿਰ ਅਸੀਂ ਜਦੋਂ ਬਹਿ ਗਏ ਅਣਮਿੱਥੇ ਸਮੇਂ ਲਈ ਬੈਠਾਂਗੇ, ਫਿਰ ਚਾਹੇ ਸੜਕਾਂ 'ਚ ਬੈਠੀਏ ਜਾਂ ਜਿੱਥੇ, ਫਿਰ ਉੱਠਾਂਗੇ ਨਹੀਂ ਉਹਨਾਂ ਚਿਰ ਜਿੰਨਾ ਚਿਰ ਉਹ ਸੱਚ ਤੇ ਪਰਚਾ ਨਹੀਂ ਹੁੰਦਾ। ਸਰਕਾਰ ਆਪਣੀ ਕਿਰਕਰੀ ਕਰਾਉਣ ਤੋਂ ਪਹਿਲਾਂ ਪਰਚਾ ਕਰ ਦੇਵੇ, ਨਹੀਂ ਤਾਂ ਅਸੀਂ ਬਿਲਕੁਲ ਆਵਾਜਾਈ ਬੰਦ ਕਰਕੇ ਪਰਚਾ ਕਰਾਵਾਂਗੇ। ਧਰਨਾ ਕਿਦਾਂ ਦੇ ਰਹੇ ਹੋ? ਕੋਈ ਗੱਲ ਨਹੀਂ, ਹੁਣ ਇਸ ਸਮੇਂ ਤੈਅ ਕਰਾਂਗੇ। ਅਜੇ ਸਰਕਾਰ ਨੂੰ ਹੀ 10 ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ 10 ਦਿਨ ਦੇ ਵਿੱਚ ਅਗਰ ਪਰਚਾ ਕਰਦੇ ਠੀਕ ਹੈ, ਨਹੀਂ ਤਾਂ ਅਸੀਂ ਮੀਟਿੰਗ ਬੁਲਾ ਕੇ ਫਿਰ ਸਖਤ ਐਕਸ਼ਨ ਕਰਾਂਗੇ। ਜਿਹੜਾ ਚੰਡੀਗੜ੍ਹ ਇੱਕ ਕਿਸਾਨ ਦੀ ਡੈਥ ਹੋਈ ਹੈ, ਸਾਡੀ ਜਥੇਬੰਦੀ ਉਹਦੇ ਬਾਰੇ ਦੇਖੋ, ਉਹ ਸਾਡੇ ਕਿਸਾਨ ਨੇ ਔਰ ਉਹ ਬੜੀ ਮੈਂ ਕਹੂੰਗਾ ਦਰਦਨਾਕ ਜਿਹੜੀ ਘਟਨਾ ਹੋਈ ਹੈ ਔਰ ਉਹਦੇ ਵਿੱਚ ਸਰਕਾਰ ਦੋਸ਼ੀ ਹੈ। ਸਰਕਾਰ ਅਗਰ ਅਨਾਉਂਸ ਕਰ ਦਿੰਦੀ, ਜਿਹੜਾ ਮੁੱਖ ਮੰਤਰੀ ਸਾਡਾ ਉਦੋਂ ਦਾ ਕਹਿ ਰਿਹਾ ਕਿ ਮੈਂ ਮੁਰਗੀ ਤੇ ਵੀ ਦੇਵਾਂਗਾ ਮੁਆਵਜ਼ਾ, ਬੱਕਰੀ ਤੇ ਵੀ ਦੇਵਾਂਗਾ, ਤੇ ਉਹ ਮੁਆਵਜ਼ਾ ਕੋਈ ਅਨਾਉਂਸ ਕਰ ਨਹੀਂ ਰਿਹਾ। ਕਿੰਨੇ ਬੱਕਰੀ ਦੇ ਦੇਣੇ, ਕਿੰਨੇ ਮੁਰਗੀ ਦੇ ਦੇਣੇ, ਜਾਂ ਕਿੰਨੇ ਪਰ ਡੈਥ ਦੇ ਦੇਣੇ, ਜਾਂ ਕਿੰਨੇ ਪਰ ਮਕਾਨ ਦੇ ਦੇਣੇ, ਜਾਂ ਪਰ ਏਕੜ ਦੇ ਕਿੰਨੇ ਦੇਣੇ। ਸੋ ਉਹ ਸਾਡੇ ਕਿਸਾਨ ਸਿਰਫ ਇਸ ਕਰਕੇ ਪ੍ਰੋਟੈਸਟ ਕਰਨ ਜਾ ਰਹੇ ਸੀ ਕਿ ਮੁਆਵਜ਼ਾ ਅਨਾਉਂਸ ਕਰੋ। ਸੋ ਉਹ ਅਗਰ ਮੁੱਖ ਮੰਤਰੀ ਅਨਾਉਂਸ ਕਰ ਦਿੰਦਾ ਤੇ ਇਸ ਪ੍ਰੋਟੈਸਟ ਦੀ ਲੋੜ ਹੀ ਨਹੀਂ ਸੀ ਪੈਣੀ। ਸੋ ਇਹਦੇ ਵਾਸਤੇ ਪੂਰਨ ਤੌਰ ਤੇ ਜਿਹੜੀ ਪੰਜਾਬ ਸਰਕਾਰ ਉਹ ਦੋਸ਼ੀ ਹੈ। ਪੰਜਾਬ 'ਚ ਹੜ੍ਹ ਆਏ ਹੋਏ ਆ ਤੇ ਮੁੱਖ ਮੰਤਰੀ ਸਾਹਿਬ ਛੱਤੀਸਗੜ੍ਹ ਚੋਣ ਪ੍ਰਚਾਰ ਤੇ ਗਏ, ਵੇਖੋ ਤੁਸੀਂ ਮੁੱਖ ਮੰਤਰੀ, ਇਹ ਤਾਂ ਹੁਣ ਪੋਲੀਟੀਕਲ ਗੱਲ ਹੋ ਜਾਏਗੀ, ਅਸੀਂ ਪੋਲੀਟੀਕਲ ਨਹੀਂ ਹੈਗੇ, ਪਰ ਇਹ ਬੜੀ ਘਾਤਕ ਗੱਲ ਹੈ ਪੰਜਾਬ ਲਈ ਕਿ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ ਹੈ। ਜਿਸ ਦਿਨ ਪਹਿਲਾਂ ਇਹ ਹੜ੍ਹ ਆਇਆ ਉਸ ਦਿਨ ਇਹ ਕਰਨਾਟਕਾ 'ਚ ਬੈਠਾ ਸੀ, ਜਾ ਕੇ ਉਹ ਉੱਥੇ ਸਟੇਜਾਂ ਤੇ ਸੀ, ਤੇ ਹੁਣ ਇਹ ਛੱਤੀਸਗੜ੍ਹ। ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਕੇਜਰੀਵਾਲ ਦਾ ਆਟਾ ਹੈ ਉਹਦੇ ਕੋਲ ਆਪਣਾ ਹੈਲੀਕਾਪਟਰ ਹੈ ਨਹੀਂ, ਤੇ ਪੰਜਾਬ ਦਾ ਹੈਲੀਕਾਪਟਰ ਵਰਤਣਾ ਹੁੰਦਾ ਹੈ, ਪੰਜਾਬ ਦਾ ਪੈਸਾ ਵਰਤਣਾ ਹੁੰਦਾ ਹੈ। ਫਿਰ ਉਹਦੇ ਵਿੱਚ ਉਹਨੂੰ ਇਹ ਮਜਬੂਰੀ ਆ ਉਹਦੀ ਕਿ ਇੱਥੇ ਦਾ ਸੀਐਮ ਬੈਠੂਗਾ ਤਾਂ ਹੈਲੀਕਾਪਟਰ ਵਰਤ ਸਕਦਾ ਹੈ। ਸੋ ਇਹਨੂੰ ਉਹ ਨਾਲ ਲੈ ਕੇ ਜਾਂਦਾ ਹੈ। ਸੋ ਇਹ ਕਹਿੰਦੇ ਹੁੰਦੇ ਨਾ ਵੀ ਲਾੜੇ ਦੇ ਨਾਲ ਸਰਵਾਲਾ, ਇਹ ਬਣ ਕੇ ਫਿਰ ਨਾਲ ਜਾਂਦਾ ਹੈ। ਸੋ ਇਹ ਭਗਵੰਤ ਮਾਨ ਸਰਵਾਲਾ ਹੈ ਤੇ ਲਾੜਾ ਕੇਜਰੀਵਾਲ ਹੈ। ਆਉਣ ਵਾਲੇ ਸਮੇਂ ਦੀ ਇਲੈਕਸ਼ਨ ਦੀ ਇਹ ਬਰਾਤ ਲੈ ਕੇ ਨਿਕਲੇ ਹੋਏ ਆ, ਤੇ ਹੁਣ ਲੋਕਾਂ ਨੇ ਕੀ ਕਰਨਾ ਹੁਣ ਉਹ ਦੱਸਣਗੇ। ਇੱਥੇ ਆ ਜਾਓ।
ਭਾਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਰੇ ਨੇ ਕੀ ਇਹ ਮਾਮਲਾ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਅੱਜ ਦੀ ਪ੍ਰੈਸ ਇੱਕ ਮਿੰਟ ਰੁਕ ਜਾਓ ਸ਼ਰਮਾ ਜੀ। ਕਰੋ ਫੋਨ ਕਰੀਏ ਤੁਸੀਂ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜਿਹੜੇ ਸਾਡੇ ਦੋ ਮੇਨ ਇਸ਼ੂ ਸਨ ਉਹਨਾਂ ਨੂੰ ਲੈ ਕੇ ਹੈ। ਸੋ ਇਹਦੇ ਵਿੱਚ ਮੇਨ ਇਸ਼ੂ ਹੈਗਾ ਮਾਈਨਿੰਗ ਦਾ, ਜਿਹੜੀ ਕਿ ਕੁੱਕੜ ਪਿੰਡ ਦੇ ਵਿੱਚ ਮਾਈਨਿੰਗ ਹੋ ਰਹੀ ਹੈ। ਜਮਸ਼ੇਰ, ਹਰਦੋਫਰਾਲਾ, ਬੰਬੀਵਾਲ, ਇਹ ਛਾਉਣੀ ਹਲਕੇ ਦੇ ਪਿੰਡ ਨੇ ਔਰ 35 ਫੁੱਟ ਡੂੰਘੀ ਜਿਹੜੀ ਆ ਮਾਈਨਿੰਗ ਹੋਈ ਹੈ। ਸੋ ਸਰਕਾਰ ਜਿਹੜੀ ਹੈ, ਮੈਂ ਸਮਝਦਾ ਵੀ ਸਰਕਾਰ ਨੂੰ ਅਸੀਂ ਬਾਰ-ਬਾਰ ਦਰਖਾਸਤਾਂ ਦੇਣ ਦੇ ਬਾਵਜੂਦ ਸਰਕਾਰ ਡਿਪਟੀ ਕਮਿਸ਼ਨਰ ਜੀ ਨੂੰ ਦਿੱਤਾ, ਕੈਬਨਿਟ ਮੰਤਰੀ ਨੂੰ ਦਿੱਤਾ ਔਰ ਜਿਹੜੇ ਹਲਕਾ ਇੰਚਾਰਜ ਨੇ ਇਹਨਾਂ ਦੇ ਸੁਰਿੰਦਰ ਸੋਢੀ ਉਹਨਾਂ ਨੂੰ ਦਿੱਤਾ ਮੰਗ ਪੱਤਰ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਸੋ ਉਹਦੇ ਸਬੰਧ ਵਿੱਚ ਅੱਜ ਦੀ ਪ੍ਰੈਸ ਜਿਹੜੀ ਹੈ ਕਾਨਫਰੰਸ ਕੀਤੀ ਗਈ ਹੈ। ਹਾਂਜੀ, ਅੱਜ ਪ੍ਰੈਸ ਵਾਰਤਾ ਜਿਹੜੀ ਕੀਤੀ ਗਈ ਉਸ ਦੇ ਬਾਰੇ ਦੇਖੋ, ਅੱਜ ਦੀ ਜਿਹੜੀ ਪ੍ਰੈਸ ਵਾਰਤਾ ਕੀਤੀ ਗਈ ਆ ਇਹਦੇ ਵਿੱਚ ਦੋ ਇਸ਼ੂ ਮੇਨ ਸਾਡੇ ਮੁੱਖ ਰੇਸ ਕੀਤੇ ਅਸੀਂ, ਜਿਹਦੇ ਵਿੱਚ ਪਹਿਲਾ ਇਸ਼ੂ ਹੈਗਾ ਨਜਾਇਜ਼ ਮਾਈਨਿੰਗ ਦਾ। ਜਿਹੜੀ ਸਰਕਾਰ ਕਹਿੰਦੀ ਹੁੰਦੀ ਹੈ ਕਿ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣੀ, ਪਰ ਉਹ ਛਾਉਣੀ ਹਲਕੇ ਦੇ ਜਿਹੜੇ ਨਗਰ ਨੇ, ਕੁੱਕੜ ਪਿੰਡ, ਬੰਬੀਵਾਲ ਔਰ ਹਰਦੋਫਰਾਲਾ, ਜਮਸ਼ੇਰ, ਇਹਨਾਂ ਪਿੰਡਾਂ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਜਿਹੜੀ ਕਿ 30 ਤੋਂ 35 ਫੁੱਟ ਡੂੰਘੀ ਚੱਲ ਰਹੀ ਹੈ, ਜਿਹੜੀ ਕਿ ਠੇਕੇਦਾਰ ਕੋ ਜਿਹੜਾ ਮਨਜ਼ੂਰੀ ਆ ਉਹ 7 ਫੁੱਟ ਦੀ ਹੈ। ਅਸੀਂ ਬਾਰ-ਬਾਰ ਐਪਲੀਕੇਸ਼ਨਾਂ ਦੇਣ ਤੇ ਡਿਪਟੀ ਕਮਿਸ਼ਨਰ ਜੀ ਨੂੰ ਔਰ ਮੁੱਖ ਮੰਤਰੀ ਜੀ ਦੇ ਨਾਂ ਤੇ ਕੰਪਲੇਂਟ ਭੇਜੀ ਹੈ, ਠੇਕੇਦਾਰ ਦਾ ਨਾਂ ਲਿਖ ਕੇ ਵੀ ਭੇਜੀ ਹੈ ਔਰ ਸੈਕੰਡ ਜਿਹੜਾ ਇੱਥੇ ਕੈਬਨਿਟ ਮੰਤਰੀ ਨੇ ਬਲਕਾਰ ਜੀ, ਉਹਨਾਂ ਨੂੰ ਵੀ ਦਿੱਤੀ ਹੈ। ਸੋ ਇਹ ਬਾਰ-ਬਾਰ ਐਪਲੀਕੇਸ਼ਨਾਂ ਦੇਣ ਤੇ ਉੱਤੇ ਹਾਲੇ ਕੋਈ ਕਾਰਵਾਈ ਨਹੀਂ ਹੋਈ, ਕੋਈ ਪਰਚਾ ਨਹੀਂ ਹੋਇਆ। ਉਲਟਾ ਜਿਹੜੇ ਸਾਡੇ ਉੱਥੇ ਸਾਥੀ ਨੇ, ਸਾਡੇ ਬਲਾਕ ਪ੍ਰਧਾਨ ਨੇ, ਜਿਨ੍ਹਾਂ ਨੇ ਇਹ ਇਸ਼ੂ ਰੇਸ ਕੀਤਾ ਸੀ, ਉਹਨਾਂ ਨੂੰ ਉਲਟੀਆਂ ਧਮਕੀਆਂ ਜਾਨੋਂ ਮਾਰਨ ਦੀਆਂ ਠੇਕੇਦਾਰ ਵੱਲੋਂ ਔਰ ਤੈਨੂੰ ਥਾਣੇ 'ਚ ਬੰਦ ਕਰਾ ਦੇਣਾ, ਇਹ ਧਮਕੀਆਂ। ਸੈਕੰਡ, ਹੁਣ ਕੋਰਟ ਦੇ ਵਿੱਚੋਂ ਸਮਨ ਭੇਜੇ ਗਏ ਨੇ ਇਹਨਾਂ ਨੂੰ ਹਰਾਸ ਕਰਨ ਲਈ, ਨਜਾਇਜ਼ ਹਰਾਸ ਕੀਤਾ ਜਾ ਰਿਹਾ, ਜਿਹਦੇ ਵਾਸਤੇ ਹੀ ਸਮਝਦੇ ਆ ਸਰਕਾਰ ਦੋਸ਼ੀ ਆ। ਜੇ ਠੇਕੇਦਾਰ ਤੇ ਪਰਚਾ ਦਿੱਤਾ ਹੁੰਦਾ ਤੇ ਉਹਦੀ ਜ਼ਰੂਰਤ ਨਾ ਹੁੰਦੀ ਕਿ ਅੱਜ ਉਹ ਸਾਡੇ ਸਾਥੀਆਂ ਨੂੰ ਹਰਾਸ ਕਰਦਾ। ਮਾਈਨਿੰਗ ਕਿੰਨੀ ਜ਼ਿਆਦਾ ਹੋ ਚੁੱਕੀ ਹੈ ਜਿਹੜੀ ਤੁਹਾਡੇ ਮੁਤਾਬਕ ਜਿਹੜੀ ਜ਼ਿਆਦਾ ਹੋ ਚੁੱਕੀ ਹੈ? ਲਗਭਗ ਜਿਹੜੀ ਮਾਈਨਿੰਗ ਹੈ ਉਹ 3 ਤੋਂ 4 ਏਕੜ ਦਾ ਚੱਕ ਲੈ ਗਏ ਆ, 30 ਫੁੱਟ ਡੂੰਘੇ, ਪਰ ਉਹ ਕਹਿੰਦਾ ਕਿ ਮੇਰੇ ਕੋਲ ਇੱਥੇ 26 ਏਕੜ ਮੈਂ ਖਰੀਦੇ ਹੋਏ ਆ। ਸੋ ਉਹ ਸਾਰਿਆਂ ਚੋਂ ਕਰੇਗਾ, ਕਿਉਂਕਿ ਹੁਣ ਇਹ ਵੀ ਕਹਿ ਰਿਹਾ ਕਿ ਇਹ ਮਾਈਨਿੰਗ ਤੁਸੀਂ ਰੋਕ ਲਈ, ਮੈਂ 5 ਏਕੜ ਦੀ ਹੋਰ ਮਨਜ਼ੂਰੀ ਲੈ ਆਇਆ ਸਰਕਾਰ ਕੋਲੋਂ। ਸੋ ਸਰਕਾਰ ਔਰ ਇਹਨਾਂ ਦਾ ਮਾਈਨਿੰਗ ਡਿਪਾਰਟਮੈਂਟ, ਡਿਪਟੀ ਕਮਿਸ਼ਨਰ ਔਰ ਇਹਨਾਂ ਦੇ ਇੱਥੇ ਲੋਕਲ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਭ ਵਿੱਚ ਸ਼ਾਮਲ ਨੇ। ਮੈਂ ਕਹੂੰਗਾ ਕਿ ਆਮ ਆਦਮੀ ਜਿਹੜੀ ਪਾਰਟੀ ਹੈ ਕਰਪਟ ਹੋ ਚੁੱਕੀ ਹੈ, ਇਹਦਾ ਜ਼ਰੂਰ ਹਿੱਸਾ ਪੱਤੀ ਹੋਏਗਾ ਜਿਹੜਾ ਹੁਣ ਤੱਕ ਪਰਚਾ ਨਹੀਂ ਦਿੱਤਾ ਗਿਆ। ਮਾਈਨਿੰਗ ਡਿਪਾਰਟਮੈਂਟ ਨਾਲ ਗੱਲਬਾਤ ਕੀਤੀ? ਮਾਈਨਿੰਗ ਡਿਪਾਰਟਮੈਂਟ ਨੂੰ ਵੀ ਕੰਪਲੇਂਟ ਦਿੱਤੀ ਆ, ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਦਿੱਤੀ ਆ। ਹੁਣ ਡਿਪਟੀ ਕਮਿਸ਼ਨਰ ਜੀ ਨੇ ਮਾਰ ਕਰਕੇ ਭੇਜਣੀ ਹੁੰਦੀ ਮਾਈਨਿੰਗ ਡਿਪਾਰਟਮੈਂਟ ਨੂੰ, ਪਰ ਤੁਸੀਂ ਉਹ ਵੇਖੋ ਭਈ ਉਹ ਐਚਐਸ ਵਾਲੀਆ ਨਾਂ ਦਾ ਠੇਕੇਦਾਰ ਹੈ, ਜਿਹੜਾ ਕਿ ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਉਹ ਆਮ ਆਦਮੀ ਪਾਰਟੀ ਤੋਂ ਨੇ ਐਮਐਲਏ ਦੀ ਇਲੈਕਸ਼ਨ ਲੜੀ ਹੈ ਔਰ ਹੁਣ ਉਹ ਹਲਕਾ ਇੰਚਾਰਜ ਹੈ ਅਕਾਲੀ ਦਲ ਦਾ। ਸੋ ਉਹ ਕਹਿ ਦਿਓ ਕਿ ਪੋਲੀਟੀਕਲ ਪ੍ਰਭਾਵ ਦੇ ਹੇਠ ਮਿਲੀ ਭੁਗਤ ਸਰਕਾਰ ਦੀ, ਔਰ ਤੁਸੀਂ ਦੇਖੋ ਲੋਕਾਂ ਨੂੰ ਇਹ ਗੁੰਮਰਾਹ ਕਰਦੇ ਨੇ ਕਿ ਇੱਕ ਦੂਜੇ ਦੇ ਅਗੇਂਸਟ ਬੋਲਦੇ ਨੇ, ਪਰ ਅੱਜ ਜਿਹੜਾ ਆਮ ਆਦਮੀ ਤੋਂ ਇਲੈਕਸ਼ਨ ਲੜਦਾ ਐਮਐਲਏ ਦੀ, ਅੱਜ ਉਹ ਅਕਾਲੀ ਦਲ ਚ ਇੰਚਾਰਜ ਹੈ ਔਰ ਨਜਾਇਜ਼ ਮਾਈਨਿੰਗ ਕਰ ਰਿਹਾ 30-35 ਫੁੱਟ ਦੀ। ਤੇ ਜਿਹੜਾ ਦਮਗੇ ਮਾਰ ਰਿਹਾ ਮੁੱਖ ਮੰਤਰੀ ਸਾਡਾ ਕਿ ਮੈਂ ਕਰਪਸ਼ਨ ਨਹੀਂ ਹੋਣ ਦੇਣੀ, ਮੈਂ ਆਹ ਨਹੀਂ ਕਰਨ ਦੇਣਾ, ਕਰਪਸ਼ਨ ਚ ਲਿਪਤ ਹੋ ਕੇ 30 ਫੁੱਟ ਡੂੰਘੀ ਜਿਹੜੀ ਮਾਈਨਿੰਗ ਅੱਜ ਚੱਲ ਰਹੀ ਹੈ। ਪਰ ਸੀਐਮ ਸਾਹਿਬ ਤਾਂ ਕਹਿ ਰਹੇ ਅਸੀਂ ਪੰਜਾਬ ਨੂੰ ਜਿਹੜਾ ਭ੍ਰਿਸ਼ਟਾਚਾਰ ਮੁਕਤ ਬਣਾ ਰਹੇ ਹਾਂ। ਸੀਐਮ ਸਾਹਿਬ ਤਾਂ ਸਾਜੇ ਮੈਂ ਕਹਿੰਦਾ ਭਈ 16-17 ਮਹੀਨੇ ਹੋ ਗਏ ਤੇ ਉਹ ਅੱਜ ਵੀ ਉਹਨਾਂ ਨੂੰ ਆਪਣੀ ਜਿਹੜੀ ਉਹ ਚੁਟਕਲਿਆਂ ਦੀ ਸਟੇਜ ਹੀ ਸਮਝੀ ਬੈਠੇ ਨੇ। ਸੀਐਮ ਪਦ ਦੀ ਉਹ ਗਰਿਮਾ ਨੂੰ ਮੇਰੇ ਖਿਆਲ ਸਮਝਦੇ ਹੀ ਨਹੀਂ, ਜਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਸੀਐਮ ਪਦ ਦੀ ਕੀ ਗਰਿਮਾ ਹੁੰਦੀ ਹੈ। ਉਹ ਗੱਲਾਂ ਜਿਹੜੀਆਂ ਸਟੇਜ ਤੋਂ ਕਰਕੇ ਜਾਂਦੇ ਨੇ, ਉਹਨਾਂ ਨੂੰ ਲੋਕ ਜਿਹੜੇ ਆ ਮੰਨਦੇ ਨੇ, ਲੋਕ ਪੂਜਦੇ ਨੇ, ਪਰ ਸਾਡੇ ਸੀਐਮ ਸਾਹਿਬ ਜਿਹੜੀ ਗੱਲ ਕਰਦੇ ਨੇ ਇੱਕ ਗੱਲ ਤੇ ਪੂਰੇ ਨਹੀਂ ਉਤਰਦੇ। ਔਰ ਮੈਂ ਸਮਝਦਾ ਹੁਣ ਤੱਕ ਦੇ ਜਿੰਨੇ ਸੀਐਮ ਪੰਜਾਬ ਨੂੰ ਮਿਲੇ ਨੇ, ਸਭ ਤੋਂ ਵੱਧ ਝੂਠਾ ਬਲਫ ਮਾਰਨੇ ਵਾਲਾ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਹੈ। ਫਿਰ ਐਕਸ਼ਨ ਅਗਲਾ ਸਖਤ ਹੋਏਗਾ, ਕੁਝ ਵੀ ਹੋ ਸਕਦਾ ਹੈ। ਐਮਐਲਏ ਦੇ ਘਰ ਘੇਰ ਸਕਦੇ ਆ, ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਸਕਦੇ ਆ, ਸੜਕਾਂ ਵੀ ਬੰਦ ਕਰ ਸਕਦੇ ਆ, ਪਰ ਉਹ ਅਜੇ 10 ਦਿਨ ਦਾ ਅਸੀਂ ਅਲਟੀਮੇਟਮ ਦਿੱਤਾ, 10 ਦਿਨ ਦੇ ਬਾਅਦ ਅਸੀਂ ਸਖਤ ਐਕਸ਼ਨ ਲਵਾਂਗੇ। ਆਪਣਾ ਨਾਮ ਤੇ ਉਹਦਾ ਦੱਸਿਓ ਜੀ, ਆਪਣਾ ਨਾਮ ਤੇ ਉਹਦਾ ਦੱਸਿਓ। ਦੂਜਾ ਇਸ਼ੂ ਜਿਹੜਾ ਉਹ ਗੰਨੇ ਦਾ ਹੈ, ਜਿਹੜਾ ਫਗਵਾੜਾ ਮਿਲਦਾ ਸਾਡਾ ਬਕਾਇਆ 43 ਕਰੋੜ ਪਿਛਲੇ 4 ਸੀਜ਼ਨਾਂ ਦਾ, ਯਾਨੀ ਕਿ ਲਗਭਗ 5 ਸਾਲ ਦਾ, ਕਿਉਂਕਿ 1 ਸਾਲ ਪਹਿਲਾਂ ਫਸਲ ਬੀਜੀ ਜਾਂਦੀ ਹੈ। 5 ਸਾਲ ਦਾ 43 ਕਰੋੜ ਰੁਪਇਆ ਬਕਾਇਆ ਸਾਡਾ ਖੜਾ ਹੈ।
ਔਰ ਅਸੀਂ ਸਰਕਾਰ ਨੂੰ ਬਾਰ-ਬਾਰ ਜਿਹੜੇ ਉੱਚ ਕੋਟੀ ਦੇ ਇਹਨਾਂ ਦੇ ਨੁਮਾਇੰਦੇ ਉਹਨਾਂ ਨੂੰ ਮਿਲ ਕੇ ਕੇਂਦਰ ਡਿਪਾਰਟਮੈਂਟ ਦੇ ਮੰਤਰੀਆਂ ਨੂੰ ਮਿਲ ਕੇ ਸਾਡਾ ਖੇਤੀਬਾੜੀ ਮੰਤਰੀ ਇਹਨਾਂ ਦੇ ਕੁਲਦੀਪ ਧਾਲੀਵਾਲ ਜੀ ਬਹਿੰਦੇ ਰਹੇ, ਸਾਨੂੰ ਕਹਿੰਦੇ ਰਹੇ ਕਿ ਤੁਹਾਡੀ ਜਿਹੜੀ ਇਹ ਮੰਗ ਨੂੰ ਮੰਨਦੇ ਹੋਏ ਜ਼ਮੀਨ ਅਟੈਚ ਕਰ ਦਿੱਤੀ ਗਈ ਹੈ। ਪਰ ਹੁਣ ਤੱਕ ਸਾਡਾ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡੇ ਪੰਜਾਬ ਨੇ ਕੀ ਤਰਾਸਦੀ ਹੈ ਕਿਸਾਨਾਂ ਲਈ। ਤੁਸੀਂ ਸਾਡੇ ਤੇ ਕਈ ਵਾਰ ਪ੍ਰੈਸ ਵਾਲੇ ਵੀ ਸਵਾਲ ਕਰਦੇ ਹੋ ਕਿ ਤੁਸੀਂ ਸੜਕਾਂ ਰੋਕਦੇ ਹੋ। ਅਸੀਂ ਜਿੰਨਾ ਚਿਰ ਕੰਪਲੇਂਟਾਂ ਪਾਉਂਦੇ ਹੋ ਤੇ ਕੋਈ ਅਮਲ ਨਹੀਂ ਹੁੰਦਾ, ਸਾਡੇ ਨਾਲ ਗੱਲ ਕਰਕੇ ਮੁੱਕਰ ਜਾਂਦੀਆਂ ਸਰਕਾਰਾਂ। ਤੇ ਜਦੋਂ ਅਸੀਂ 28 ਦਿਨ ਫਗਵਾੜੇ ਬੈਠੇ ਸੜਕ ਤੇ, ਫਿਰ ਅਸੀਂ 73 ਕਰੋੜ ਦੇ ਵਿੱਚੋਂ ਅਸੀਂ ਆਪਣਾ ਜਿਹੜਾ 25 ਕਰੋੜ ਰੁਪਈਆ ਉਹ ਇਹਨਾਂ ਕੋਲੋਂ ਲਿਆ। ਸੋ ਮੈਂ ਸਮਝਦਾ ਕਿ ਉਹ ਫਿਰ ਜਦੋਂ ਮਿਲ ਚੱਲੀ ਆ ਕੋਈ ਲਗਭਗ 4.5 ਕਰੋੜ ਰੁਪਈਆ ਫਿਰ ਆਇਆ, ਪਰ 43 ਕਰੋੜ ਰੁਪਈਆ ਹਾਲੇ ਤੱਕ ਸਾਡਾ ਬੈਲੈਂਸ ਖੜਾ, ਜਿਹੜੀ ਕਿ ਸਰਕਾਰ ਕਹਿੰਦੀ ਜ਼ਮੀਨ ਅਟੈਚ ਕਰਤੀ ਆ, ਪਰ ਸਰਕਾਰ ਉਹਨੂੰ ਸੇਲ ਨਹੀਂ ਕਰ ਰਹੀ। ਪੂੰਜੀਪਤੀਆਂ ਨਾਲ ਰਲੀ ਹੋਈ ਸਰਕਾਰ। ਸਾਡਾ ਕੱਲ ਜਿਹੜਾ ਐਸਡੀਐਮ ਦਫ਼ਤਰ ਫਗਵਾੜਾ ਦਾ ਘਿਰਾਓ ਹੈ ਪੂਰੇ ਦਿਨ ਦਾ, ਇਹ ਪਹਿਲਾਂ ਸਰਕਾਰ ਨੂੰ ਚੇਤਾਵਨੀ ਵਾਸਤੇ ਇੱਕ ਦਿਨ ਲਈ ਹੈ, ਔਰ ਅਗਰ ਸਰਕਾਰ ਨੇ ਉਹ ਜ਼ਮੀਨ ਜਿਹੜੀ ਅਟੈਚ ਕੀਤੀ ਹੋਈ ਸੇਲ ਕਰਕੇ ਜਾਂ ਜਿਹੜੀ ਵਿੱਚੋਂ ਕੋਈ ਚੋਰੀ ਛਿਪੇ ਸੇਲ ਕਰ ਰਹੀ ਅਫਸਰਾਂ ਦੀ ਮਿਲੀ ਭੁਗਤ ਨਾਲ ਉਹਨਾਂ ਦੇ ਪਰਚੇ ਨਾ ਕੀਤੇ ਅਫਸਰਾਂ ਦੇ, ਤੇ ਫੇਰ ਆਉਣ ਵਾਲੇ ਦਿਨਾਂ ਜਿਹੜਾ ਐਕਸ਼ਨ ਆ ਉਹ ਬਹੁਤ ਵੱਡਾ ਐਕਸ਼ਨ ਸਖਤ ਹੋਇਆ। ਮੈਂ ਮਨਜੀਤ ਸਿੰਘ ਰਾਏ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਪੰਜਾਬ। ਰਾਏ ਸਾਹਿਬ ਆਇਓ ਜੀ।